ਸਤਿ ਸ਼੍ਰੀ ਅਕਾਲ ਜੀ। ਆਓ ਅੱਜ ਆਪਾਂ ਇੱਕ ਬਹੁਤ ਹੀ ਕਮਾਲ ਦੇ ਅਤੇ ਰਹੱਸ ਨਾਲ ਭਰੇ ਇਤਿਹਾਸਿਕ ਸਫ਼ਰ ਤੇ ਚੱਲੀਏ। ਇਹ ਇੱਕ ਅਜਿਹੀ ਘਟਨਾ ਦੀ ਪੜਚੋਲ ਹੈ ਜਿਸ ਵਿੱਚ ਅਥਾਹ ਕੁਰਬਾਨੀ, ਅਟੁੱਟ ਵਿਸ਼ਵਾਸ ਅਤੇ ਸੱਚ ਦੀ ਭਾਲ ਛੁਪੀ ਹੋਈ ਹੈ। ਜਦੋਂ ਸਾਰਾ ਸੰਸਾਰ ਪੰਬਲ-ਭੂਸੇ ਵਿੱਚ ਪਿਆ ਹੋਵੇ ਤਾਂ ਇੱਕ ਸੱਚੇ ਰਹਿਬਰ ਨੂੰ ਕਿਵੇਂ ਲੱਭਿਆ ਜਾਂਦਾ ਹੈ? ਅੱਜ ਆਪਾਂ ਇਸੇ ਗੱਲ ਦੀ ਤਹਿ ਤੱਕ ਜਾਵਾਂਗੇ ਅਤੇ ਸਮਝਾਂਗੇ ਕਿ ਇਤਿਹਾਸ ਦੇ ਸੁਨਹਿਰੇ ਅੱਖਰਾਂ ਵਿੱਚ ਲਿਖੇ ਸ਼ਬਦ ਗੁਰੂ ਲਾਦੋਰੇ ਆਖਰ ਕਿਵੇਂ ਗੂੰਜੇ। ਹੁਣ ਜ਼ਰਾ ਸੋਚ ਕੇ ਦੇਖੋ, ਜਦੋਂ ਅਧਿਆਤਮਿਕ ਅਗਵਾਈ ਦੀ ਸਭ ਤੋਂ ਵੱਧ ਲੋੜ ਹੋਵੇ ਪਰ ਹਰ ਪਾਸੇ ਉਹ ਲੋਕ ਬੈਠੇ ਹੋਣ ਜੋ ਸਿਰਫ ਆਪਣੇ ਨਿੱਜੀ ਸਵਾਰਥ ਅਤੇ ਮਾਇਆ ਲਈ ਆਪਣੇ ਆਪ ਨੂੰ ਰਹਿਬਰ ਦੱਸ ਰਹੇ ਹੋਣ, ਤਾਂ ਕੀ ਕੀਤਾ ਜਾਵੇ? ਇੰਨੇ ਸਾਰੇ ਪਖੰਡੀਆਂ ਅਤੇ ਝੂਠੇ ਦਾਅਵੇਦਾਰਾਂ ਦੀ ਭੀੜ ਵਿੱਚ ਅਸਲੀ ਅਤੇ ਸੱਚੇ ਅਧਿਆਤਮਿਕ ਵਾਰਸ ਨੂੰ ਲੱਭਣਾ ਸੱਚੀ ਕੋਈ ਖੇਡ ਨਹੀਂ ਸੀ। ਇਹ ਸਿਰਫ ਇੱਕ ਵਿਅਕਤੀ ਨੂੰ ਲੱਭਣ ਦਾ ਮਸਲਾ ਨਹੀਂ ਸੀ, ਸਗੋਂ ਸੱਚੇ ਧਰਮ ਅਤੇ ਮਨੁੱਖਤਾ ਦੇ ਵਿਸ਼ਵਾਸ ਨੂੰ ਬਚਾਉਣ ਦੀ ਗੱਲ ਸੀ। ਇਸ ਕਹਾਣੀ ਦੀਆਂ ਤਾਰਾਂ ਕਿਵੇਂ ਜੁੜਦੀਆਂ ਨੇ, ਇਹ ਬੜਾ ਦਿਲਚਸਪ ਹੈ। ਗੱਲ ਸਾਲ 1664 ਦੀ ਹੈ। ਇੱਕ ਪਾਸੇ ਦਿੱਲੀ ਵਿੱਚ ਇੱਕ ਭਿਆਨਕ ਮਹਾਮਾਰੀ ਫੈਲੀ ਹੋਈ ਸੀ। ਉਸੇ ਸਮੇਂ ਹਜ਼ਾਰਾਂ ਮੀਲ ਦੂਰ ਸਮੁੰਦਰ ਵਿੱਚ ਇੱਕ ਜਾਨਲੇਵਾ ਤੂਫਾਨ ਉੱਠਦਾ ਹੈ ਅਤੇ ਫਿਰ ਇਹ ਦੋਵੇਂ ਘਟਨਾਵਾਂ ਘੁੰਮ-ਘੁਮਾ ਕੇ ਇੱਕ ਛੋਟੇ ਜਿਹੇ ਪਿੰਡ ਬਕਾਲੇ ਵਿੱਚ ਆ ਕੇ ਮਿਲਦੀਆਂ ਹਨ। ਇਹ ਸਭ ਅਚਾਨਕ ਨਹੀਂ ਸੀ ਹੋ ਰਿਹਾ। ਇਹ ਤਾਂ ਇੱਕ ਬਹੁਤ ਵੱਡੀ ਰੂਹਾਨੀ ਖੇਡ ਦਾ ਹਿੱਸਾ ਸੀ ਜੋ ਹੌਲੀ-ਹੌਲੀ ਸਾਹਮਣੇ ਆਣੀ ਸੀ। ਆਓ ਸਭ ਤੋਂ ਪਹਿਲਾਂ ਦਿੱਲੀ ਚਲੀਏ, ਜਿੱਥੇ ਹਾਲਾਤ ਬਹੁਤ ਹੀ ਤਰਸਯੋਗ ਸਨ। ਉਸ ਸਮੇਂ ਦਿੱਲੀ ਵਿੱਚ ਚੇਚਕ ਦੀ ਬਿਮਾਰੀ ਨੇ ਅਸਲ ਵਿੱਚ ਤਬਾਹੀ ਮਚਾਈ ਹੋਈ ਸੀ। ਹਰ ਪਾਸੇ ਬਸ ਦੁੱਖ ਹੀ ਦੁੱਖ ਸੀ। ਲੋਕ ਬਿਲਕੁਲ ਬੇਵੱਸ ਸਨ। ਬਚਾਅ ਦੀ ਕੋਈ ਉਮੀਦ ਨਹੀਂ ਸੀ ਦਿਸ ਰਹੀ। ਪਰ ਅਜਿਹੇ ਔਖੇ ਸਮੇਂ ਵਿੱਚ 8ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਉੱਥੇ ਮੌਜੂਦ ਸਨ। ਦੁਖੀ ਲੋਕ ਰਾਹਤ ਲਈ ਗੁਰੂ ਸਾਹਿਬ ਕੋਲ ਆ ਰਹੇ ਸਨ, ਕਿਉਂਕਿ ਇੱਥੇ ਦੁਆ ਅਤੇ ਦਵਾ ਦੋਵੇਂ ਇਕੱਠੀਆਂ ਕੰਮ ਕਰ ਰਹੀਆਂ ਸਨ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਉਮਰ ਭਾਵੇਂ ਉਸ ਵਕਤ ਸਿਰਫ 8 ਸਾਲ ਸੀ, ਪਰ ਉਹਨਾਂ ਨੇ ਪਰਉਪਕਾਰ ਦਾ ਜੋ ਅਸਲ ਅਰਥ ਸਮਝਾਇਆ ਨਾ, ਉਹ ਲਫ਼ਜ਼ਾਂ ਵਿੱਚ ਬਿਆਨ ਕਰਨਾ ਔਖਾ ਹੈ। ਉਹਨਾਂ ਨੇ ਸੰਗਤ ਲਈ ਜਲ ਦਾ ਇੱਕ ਕੁੰਡ ਬਣਵਾਇਆ, ਜਿਸ ਨੂੰ ਛਕ ਕੇ ਲੋਕ ਠੀਕ ਹੋਣ ਲੱਗੇ। ਪਰ ਕਮਾਲ ਦੀ ਗੱਲ ਦੇਖੋ, ਬਿਮਾਰੀ ਦਾ ਪ੍ਰਭਾਵ ਖਤਮ ਕਰਨ ਲਈ ਗੁਰੂ ਸਾਹਿਬ ਨੇ ਉਹ ਸਾਰੀ ਬਿਮਾਰੀ ਆਪਣੇ ਕੋਮਲ ਸਰੀਰ ਉੱਤੇ ਲੈ ਲਈ। ਬਿਨਾਂ ਕਿਸੇ ਸਵਾਰਥ ਦੇ ਦੂਜਿਆਂ ਦੀ ਖਾਤਰ ਐਡਾ ਵੱਡਾ ਦੁੱਖ ਸਹਿਣਾ, ਇਹੀ ਅਸਲ ਪਰਉਪਕਾਰ ਹੈ। ਜਦੋਂ ਗੁਰੂ ਸਾਹਿਬ ਦਾ ਸੱਚਖੰਡ ਵਾਪਸੀ ਦਾ ਸਮਾਂ ਨੇੜੇ ਆਇਆ ਤਾਂ ਸੰਗਤਾਂ ਦਾ ਉਦਾਸ ਹੋਣਾ ਸੁਭਾਵਿਕ ਸੀ। ਹਰ ਕਿਸੇ ਦੇ ਮਨ ਵਿੱਚ ਫਿਕਰ ਸੀ ਕਿ ਹੁਣ ਸਾਡਾ ਰਾਹ ਦਸੇਰਾ ਕੌਣ ਹੋਵੇਗਾ। ਉਸ ਨਾਜ਼ੁਕ ਪਲ ਗੁਰੂ ਸਾਹਿਬ ਨੇ 5 ਪੈਸੇ ਅਤੇ ਇੱਕ ਨਾਰੀਅਲ ਮੰਗਵਾਇਆ। ਇਤਿਹਾਸ ਦੱਸਦਾ ਹੈ ਕਿ ਉਹਨਾਂ ਨੇ ਸਿਰਫ 2 ਲਫ਼ਜ਼ ਕਹੇ, ਬਾਬਾ ਬਕਾਲੇ, ਯਾਨੀ ਕਿ ਅਗਲੇ ਗੁਰੂ ਜੋ ਰਿਸ਼ਤੇ ਵਿੱਚ ਉਹਨਾਂ ਦੇ ਬਾਬਾ ਜੀ ਲੱਗਦੇ ਹਨ, ਉਹ ਬਕਾਲਾ ਪਿੰਡ ਵਿੱਚ ਮੌਜੂਦ ਹਨ। ਇਹ ਕਹਿ ਕੇ ਗੁਰੂ ਸਾਹਿਬ ਜੋਤੀ-ਜੋਤ ਸਮਾ ਗਏ ਅਤੇ ਪਿੱਛੇ ਛੱਡ ਗਏ ਇੱਕ ਬਹੁਤ ਵੱਡਾ ਰਹੱਸ। ਗੁਰੂ ਸਾਹਿਬ ਦੇ ਜਾਣ ਤੋਂ ਬਾਅਦ ਸੰਗਤ ਵਿੱਚ ਇੱਕ ਤਰ੍ਹਾਂ ਦੀ ਖਲਾ ਪੈਦਾ ਹੋ ਗਈ। ਸਭ ਤੋਂ ਵੱਡਾ ਸਵਾਲ ਇਹੀ ਸੀ ਕਿ ਹੁਣ ਅਸਲੀ ਗੁਰੂ ਕੌਣ ਹੈ। ਬਿਨਾਂ ਕਿਸੇ ਹਾਜ਼ਰ ਆਗੂ ਦੇ ਸਿੱਖ ਆਪਣੇ ਆਪ ਨੂੰ ਥੋੜਾ ਲਾਵਾਰਿਸ ਮਹਿਸੂਸ ਕਰਨ ਲੱਗੇ ਸਨ। ਭਟਕਣ ਦਾ ਪੂਰਾ ਖਤਰਾ ਸੀ। ਲੋਕਾਂ ਕੋਲ ਸਿਰਫ ਬਾਬਾ ਬਕਾਲੇ ਦਾ ਇੱਕ ਇਸ਼ਾਰਾ ਸੀ, ਪਰ ਬਕਾਲੇ ਵਿੱਚ ਕੌਣ? ਇਹ ਪਹੇਲੀ ਹਲੇ ਸੁਲਝਣੀ ਬਾਕੀ ਸੀ। ਇਸੇ ਦੌਰਾਨ ਆਪਾਂ ਆਪਣਾ ਧਿਆਨ ਦਿੱਲੀ ਤੋਂ ਹਟਾ ਕੇ ਸਮੁੰਦਰ ਦੀਆਂ ਛੱਲਾਂ ਵੱਲ ਲੈ ਕੇ ਚੱਲਦੇ ਹਾਂ। ਨਾਸਿਕ ਦੇ ਇਲਾਕੇ ਨੇੜੇ ਸਮੁੰਦਰ ਵਿੱਚ ਇੱਕ ਬਹੁਤ ਹੀ ਭਿਆਨਕ ਤੂਫਾਨ ਆਇਆ ਹੋਇਆ ਸੀ ਅਤੇ ਉਸ ਤੂਫਾਨ ਵਿੱਚ ਇੱਕ ਅਮੀਰ ਵਪਾਰੀ ਮੱਖਣ ਸ਼ਾਹ ਲੁਬਾਣਾ ਦਾ ਜਹਾਜ਼ ਬੁਰੀ ਤਰ੍ਹਾਂ ਫਸ ਗਿਆ ਸੀ। ਮੌਤ ਬਿਲਕੁਲ ਸਾਹਮਣੇ ਨਾਚ ਰਹੀ ਸੀ। ਤੁਹਾਨੂੰ ਪਤਾ ਹੀ ਹੈ, ਜਦੋਂ ਇਨਸਾਨ ਦੀਆਂ ਸਾਰੀਆਂ ਕੋਸ਼ਿਸ਼ਾਂ ਜਵਾਬ ਦੇ ਜਾਂਦੀਆਂ ਨੇ, ਉਦੋਂ ਹੀ ਅਕਾਲ ਪੁਰਖ ਚੇਤੇ ਆਉਂਦਾ ਹੈ। ਇਹ ਘਟਨਾ ਇਸ ਪੂਰੀ ਕਹਾਣੀ ਦਾ ਬਹੁਤ ਅਹਿਮ ਮੋੜ ਸੀ। ਜਹਾਜ਼ ਨੂੰ ਡੁੱਬਦਾ ਦੇਖ ਕੇ ਮੱਖਣ ਸ਼ਾਹ ਨੇ ਸੱਚੇ ਦਿਲੋਂ ਗੁਰੂ ਨਾਨਕ ਸਾਹਿਬ ਦੇ ਘਰ ਅੱਗੇ ਅਰਦਾਸ ਕੀਤੀ। ਉਸ ਨੇ ਸੁਖਣਾ ਸੁਖੀ ਕਿ ਹੇ ਸੱਚੇ ਪਾਤਸ਼ਾਹ, ਜੇਕਰ ਮੇਰਾ ਜਹਾਜ਼ ਸਹੀ ਸਲਾਮਤ ਕਿਨਾਰੇ ਲੱਗ ਗਿਆ ਤਾਂ ਮੈਂ ਆਪ ਜੀ ਦੇ ਚਰਨਾਂ ਵਿੱਚ ਠੀਕ 500 ਸੋਨੇ ਦੀਆਂ ਮੋਹਰਾਂ ਭੇਟ ਕਰਾਂਗਾ। ਇਹ ਅਰਦਾਸ ਕੋਈ ਦਿਖਾਵਾ ਨਹੀਂ ਸੀ, ਇਹ ਸਿੱਧੀ ਰੂਹ ਵਿੱਚੋਂ ਨਿਕਲੀ ਸੀ, ਜਿਸ ਨੂੰ ਪਰਮਾਤਮਾ ਨੇ ਤੁਰੰਤ ਸੁਣ ਲਿਆ।
ਅਰਦਾਸ ਪੂਰੀ ਹੋਈ ਅਤੇ ਜਹਾਜ਼ ਬਚ ਗਿਆ। ਫਿਰ ਮੱਖਣ ਸ਼ਾਹ ਆਪਣਾ ਪੂਰਾ ਕਾਫਲਾ ਲੈ ਕੇ ਦਿੱਲੀ ਹੁੰਦਾ ਹੋਇਆ ਆਪਣੀ ਸੁਖਣਾ ਉਤਾਰਨ ਲਈ ਬਕਾਲਾ ਪਿੰਡ ਪਹੁੰਚਿਆ। ਉਹ ਇੱਕ ਵੱਡਾ ਵਪਾਰੀ ਸੀ ਤਾਂ ਪੂਰਾ ਲਾਮ ਲਸ਼ਕਰ ਉਸਦੇ ਨਾਲ ਸੀ। ਉਹ ਸੋਚ ਰਿਹਾ ਸੀ ਕਿ ਆਸਾਨੀ ਨਾਲ ਗੁਰੂ ਸਾਹਿਬ ਦੇ ਦਰਸ਼ਨ ਕਰਾਂਗਾ, ਮੋਹਰਾ ਭੇਟ ਕਰਾਂਗਾ ਅਤੇ ਆਤਮਿਕ ਸ਼ਾਂਤੀ ਲਵਾਂਗਾ। ਪਰ ਬਕਾਲੇ ਦਾ ਨਜ਼ਾਰਾ ਤਾਂ ਕੁਝ ਹੋਰ ਹੀ ਸੀ। ਬਕਾਲੇ ਪਹੁੰਚ ਕੇ ਜੋ ਉਸਨੇ ਦੇਖਿਆ ਨਾ, ਉਹ ਸੱਚੀ ਹੈਰਾਨ ਕਰਨ ਵਾਲਾ ਸੀ। ਉੱਥੇ ਇੱਕ ਜਾਂ ਦੋ ਨਹੀਂ, ਪੂਰੇ 22 ਲੋਕ ਮੰਜੀਆਂ ਢਾ ਕੇ ਬੈਠੇ ਸਨ ਅਤੇ ਹਰ ਕੋਈ ਦਾਅਵਾ ਕਰ ਰਿਹਾ ਸੀ ਕਿ ਮੈਂ ਹੀ ਅਸਲੀ ਗੁਰੂ ਹਾਂ। ਇਹਨਾਂ ਵਿੱਚ ਧੀਰਮਲ ਸਭ ਤੋਂ ਅੱਗੇ ਸੀ। ਹਰ ਪਾਸੇ ਬਸ ਪੈਸਾ ਇਕੱਠਾ ਕਰਨ ਦੀ ਦੌੜ ਲੱਗੀ ਹੋਈ ਸੀ। ਸਿੱਧੀ ਸਾਦੀ ਸੰਗਤ ਵਿਚਾਰੀ ਪੂਰੀ ਤਰ੍ਹਾਂ ਭੁਲੇਖੇ ਵਿੱਚ ਪੈ ਗਈ ਸੀ ਕਿ ਆਖਿਰ ਮੱਥਾ ਟੇਕੀਏ ਤਾਂ ਕਿਸਨੂੰ ਟੇਕੀਏ। ਪਰ ਮੱਖਣ ਸ਼ਾਹ ਕੋਈ ਆਮ ਬੰਦਾ ਨਹੀਂ ਸੀ। ਉਹ ਇੱਕ ਬਹੁਤ ਸਿਆਣਾ ਵਪਾਰੀ ਸੀ। ਕੱਚੇ ਗੁਰੂਆਂ ਦੇ ਝਾਂਸੇ ਵਿੱਚ ਆਉਣ ਵਾਲਾ ਨਹੀਂ ਸੀ ਉਹ। ਉਸਨੇ ਇੱਕ ਕਮਾਲ ਦੀ ਤਰਕੀਬ ਲਗਾਈ। ਉਹ ਇੱਕ-ਇੱਕ ਕਰਕੇ ਸਾਰੀਆਂ 22 ਮੰਜੀਆਂ ਤੇ ਗਿਆ, ਪਰ ਹਰ ਇੱਕ ਦੇ ਅੱਗੇ ਉਸਨੇ ਸਿਰਫ 5 ਮੋਹਰਾਂ ਰੱਖੀਆਂ। ਹੁਣ ਜਿਹੜੇ ਪਖੰਡੀ ਸਨ, ਉਹ ਤਾਂ 5 ਮੋਹਰਾਂ ਦੇਖ ਕੇ ਹੀ ਬਾਗੋ-ਬਾਗ ਹੋ ਗਏ, ਅਸੀਸਾਂ ਦੇਣ ਲੱਗ ਪਏ। ਕਿਸੇ ਇੱਕ ਨੇ ਵੀ ਉਸਨੂੰ ਬਾਕੀ ਰਹਿੰਦੀਆਂ ਮੋਹਰਾਂ ਬਾਰੇ ਨਹੀਂ ਪੁੱਛਿਆ। ਬਸ ਮੱਖਣ ਸ਼ਾਹ ਨੂੰ ਸਮਝ ਆ ਗਈ ਕਿ ਇਹਨਾਂ ਵਿੱਚ ਇਲਾਹੀ ਜੋਤ ਵਾਲੀ ਕੋਈ ਗੱਲ ਨਹੀਂ ਹੈ। ਇੱਥੇ ਅਸਲੀ ਅਤੇ ਨਕਲੀ ਦਾ ਫਰਕ ਬਿਲਕੁਲ ਸਾਫ਼ ਹੋ ਗਿਆ ਸੀ। ਇੱਕ ਪਾਸੇ ਉਹ 22 ਪਖੰਡੀ ਸਨ, ਦਿਖਾਵਾ ਕਰਨ ਵਾਲੇ, ਮਾਇਆ ਦੇ ਭੁੱਖੇ, ਜਿਨ੍ਹਾਂ ਨੂੰ ਕਿਸੇ ਦੇ ਦਿਲ ਦੀ ਕੋਈ ਖਬਰ ਨਹੀਂ ਸੀ, ਤੇ ਦੂਜੀ ਪਾਸੇ ਸੱਚੇ ਗੁਰੂ ਦੀ ਅਵਸਥਾ ਬਿਲਕੁਲ ਵੱਖਰੀ ਹੁੰਦੀ ਹੈ। ਸੱਚਾ ਗੁਰੂ ਸ਼ੋਰ-ਸ਼ਰਾਬੇ ਤੋਂ ਦੂਰ, ਸ਼ਾਂਤੀ ਵਿੱਚ ਲੀਨ, ਮਾਇਆ ਤੋਂ ਬਿਲਕੁਲ ਮੁਕਤ ਅਤੇ ਸਭ ਦੇ ਦਿਲਾਂ ਦੀਆਂ ਜਾਣਨ ਵਾਲਾ ਹੁੰਦਾ ਹੈ। ਇਹੀ ਕਾਰਨ ਸੀ ਕਿ ਮੱਖਣ ਸ਼ਾਹ ਦਾ ਮਨ ਉਹਨਾਂ 22 ਮੰਜੀਆਂ ਤੇ ਬਿਲਕੁਲ ਨਹੀਂ ਟਿਕਿਆ। ਜਦੋਂ ਨਿਰਾਸ਼ਾ ਵਧਣ ਲੱਗੀ ਤਾਂ ਮੱਖਣ ਸ਼ਾਹ ਨੇ ਹੋਰ ਪੁੱਛਗਿੱਛ ਕੀਤੀ। ਫਿਰ ਕਿਸੇ ਨੇ ਦੱਸਿਆ ਕਿ ਇੱਥੇ ਇੱਕ ਹੋਰ ਸ਼ਖਸੀਅਤ ਵੀ ਹੈ, ਤਿਆਗਮਲ, ਜੋ ਕਿ 9ਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਸਨ। ਪਰ ਗੱਲ ਇਹ ਸੀ ਕਿ ਉਹ ਕਿਸੇ ਨੂੰ ਮਿਲਦੇ ਨਹੀਂ ਸਨ। ਉਹ ਇੱਕ ਭੋਰੇ ਵਿੱਚ ਲਗਾਤਾਰ ਬੰਦਗੀ ਕਰਦੇ ਸਨ ਅਤੇ ਬਾਹਰ ਮਾਤਾ ਨਾਨਕੀ ਜੀ ਪਹਿਰਾ ਦਿੰਦੇ ਸਨ। ਮੱਖਣ ਸ਼ਾਹ ਨੇ ਠਾਣ ਲਿਆ ਕਿ ਭਾਵੇਂ ਕੁਝ ਵੀ ਹੋ ਜਾਏ, ਉਹ ਉਹਨਾਂ ਦੇ ਦਰਸ਼ਨ ਜ਼ਰੂਰ ਕਰੇਗਾ। ਬਹੁਤ ਮਿੰਨਤਾਂ ਤਰਲੇ ਕਰਨ ਤੋਂ ਬਾਅਦ ਆਖਿਰਕਾਰ ਮੱਖਣ ਸ਼ਾਹ ਨੂੰ ਅੰਦਰ ਜਾਣ ਦੀ ਇਜਾਜ਼ਤ ਮਿਲ ਹੀ ਗਈ। ਭੋਰਾ ਬਿਲਕੁਲ ਹਨੇਰਾ ਅਤੇ ਸ਼ਾਂਤ ਸੀ। ਮੱਖਣ ਸ਼ਾਹ ਨੇ ਆਪਣਾ ਉਹੀ ਤਰੀਕਾ ਵਰਤਿਆ। ਬੜੇ ਸਤਿਕਾਰ ਨਾਲ ਝੁਕਿਆ, ਅੱਗੇ 5 ਮੋਹਰਾਂ ਰੱਖੀਆਂ ਅਤੇ ਫਿਰ ਚੁੱਪਚਾਪ ਖੜਾ ਹੋ ਗਿਆ। ਉਹ ਪਲ ਬਹੁਤ ਹੀ ਕਮਾਲ ਦਾ ਸੀ। ਧੜਕਣਾਂ ਤੇਜ਼ ਸਨ ਕਿ ਕੀ ਇੱਥੋਂ ਵੀ ਕੋਈ ਜਵਾਬ ਮਿਲੇਗਾ ਜਾਂ ਨਹੀਂ। ਅਤੇ ਫਿਰ ਜੋ ਹੋਇਆ, ਉਸਨੇ ਇਤਿਹਾਸ ਸਿਰਜ ਦਿੱਤਾ। ਗੁਰੂ ਸਾਹਿਬ ਨੇ ਮੋਹਰਾਂ ਵੱਲ ਦੇਖਿਆ, ਫਿਰ ਮੱਖਣ ਸ਼ਾਹ ਵੱਲ ਦੇਖਿਆ ਤੇ ਬੋਲੇ, ਮੱਖਣ ਸ਼ਾਹ, ਸੁਖੀਆਂ ਤਾਂ ਤੂੰ 500 ਸਨ, ਆ 5 ਇੱਥੇ ਰੱਖ ਦਿੱਤੀਆਂ, ਬਾਕੀ 495 ਕਦੋਂ ਦੇਵੇਂਗਾ? ਸੋਚੋ, ਇਹ ਸੁਣ ਕੇ ਮੱਖਣ ਸ਼ਾਹ ਦੀ ਕੀ ਹਾਲਤ ਹੋਈ ਹੋਵੇਗੀ। ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸਨੇ ਤਾਂ ਆਪਣਾ ਨਾਮ ਤੱਕ ਨਹੀਂ ਸੀ ਦੱਸਿਆ, ਪਰ ਸਾਹਮਣੇ ਬੈਠੀ ਇਲਾਹੀ ਜੋਤ ਸਭ ਕੁਝ ਜਾਣਦੀ ਸੀ। ਪਰ ਗੱਲ ਸਿਰਫ ਮੋਹਰਾਂ ਦੀ ਨਹੀਂ ਸੀ। ਗੁਰੂ ਸਾਹਿਬ ਨੇ ਆਪਣੇ ਮੋਢੇ ਤੋਂ ਕਪੜਾ ਹਟਾਇਆ ਅਤੇ ਮੱਖਣ ਸ਼ਾਹ ਨੂੰ ਇੱਕ ਜ਼ਖਮ ਦਿਖਾਇਆ। ਕਹਿਣ ਲੱਗੇ, ਜਦੋਂ ਤੇਰਾ ਜਹਾਜ਼ ਤੂਫਾਨ ਵਿੱਚ ਡੁੱਬ ਰਿਹਾ ਸੀ ਨਾ, ਤਾਂ ਅਸੀਂ ਆਪਣੇ ਮੋਢੇ ਦਾ ਸਹਾਰਾ ਦੇ ਕੇ ਉਸਨੂੰ ਬਚਾਇਆ ਸੀ। ਇਹ ਜ਼ਖਮ ਉਸੇ ਦਾ ਨਿਸ਼ਾਨ ਹੈ। ਇਹ ਸੁਣਦਿਆਂ ਹੀ ਮੱਖਣ ਸ਼ਾਹ ਦੇ ਸਬਰ ਦਾ ਬੰਨ ਟੁੱਟ ਗਿਆ। ਉਹ ਵਿਰਾਗ ਵਿੱਚ ਆ ਕੇ ਗੁਰੂ ਸਾਹਿਬ ਦੇ ਚਰਨਾਂ ਤੇ ਡਿੱਗ ਪਿਆ। ਉਸਨੂੰ ਅਹਿਸਾਸ ਹੋ ਗਿਆ ਕਿ ਜਿਸ ਦੀ ਉਸਨੂੰ ਪਾਲ ਸੀ, ਉਹ ਮਿਲ ਗਿਆ ਹੈ। ਇਸ ਤੋਂ ਬਾਅਦ ਤਾਂ ਬਸ ਕਮਾਲ ਹੀ ਹੋ ਗਈ। ਮੱਖਣ ਸ਼ਾਹ ਦੇ ਅੰਦਰ ਖੁਸ਼ੀ ਦਾ ਐਸਾ ਹੜ ਆਇਆ ਕਿ ਉਹ ਭੋਰੇ ਵਿੱਚੋਂ ਬਾਹਰ ਭੱਜਿਆ, ਸਿੱਧਾ ਕੋਠੇ ਤੇ ਚੜ੍ਹਿਆ, ਆਪਣਾ ਪੱਲਾ ਹਵਾ ਵਿੱਚ ਲਹਿਰਾਇਆ ਤੇ ਪੂਰੇ ਜ਼ੋਰ ਨਾਲ ਹੋਕਾ ਦਿੱਤਾ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਜਿਸ ਦਾ ਮਤਲਬ ਸੀ ਕਿ ਸੱਚਾ ਗੁਰੂ ਮਿਲ ਗਿਆ ਹੈ। ਉਸਦੀ ਇਸ ਆਵਾਜ਼ ਨੇ ਪੂਰੇ ਬਕਾਲੇ ਵਿੱਚ ਐਸੀ ਹਲਚਲ ਮਚਾਈ ਕਿ 22 ਪਖੰਡੀਆਂ ਦੀਆਂ ਦੁਕਾਨਾਂ ਉਸੇ ਵੇਲੇ ਬੰਦ ਹੋ ਗਈਆਂ ਅਤੇ ਸੰਗਤ ਨੂੰ ਆਪਣਾ ਸੱਚਾ ਰਹਿਬਰ ਮਿਲ ਗਿਆ। ਅੰਤ ਵਿੱਚ ਇਹ ਸਾਰਾ ਇਤਿਹਾਸ ਸਾਡੇ ਸਾਰਿਆਂ ਲਈ ਇੱਕ ਬਹੁਤ ਹੀ ਡੂੰਘਾ ਸਵਾਲ ਛੱਡ ਕੇ ਜਾਂਦਾ ਹੈ। ਅੱਜ ਦੇ ਸਮੇਂ ਵਿੱਚ ਵੀ ਜਿੱਥੇ ਹਰ ਪਾਸੇ ਇੰਨਾ ਰੌਲਾ ਅਤੇ ਦਿਖਾਵਾ ਹੈ, ਅਸਲੀ ਸੱਚ ਨੂੰ ਕਿਵੇਂ ਲੱਭਿਆ ਜਾਵੇ? ਇਹ ਘਟਨਾ ਸਾਨੂੰ ਸਿਖਾਉਂਦੀ ਹੈ ਕਿ ਅਸਲ ਤਾਕਤ ਬਾਹਰੀ ਸ਼ੋਰ-ਸ਼ਰਾਬੇ ਵਿੱਚ ਨਹੀਂ, ਸਗੋਂ ਸ਼ਾਂਤ ਤਪੱਸਿਆ, ਨਿਰਸਵਾਰਥ ਸੇਵਾ ਅਤੇ ਅੰਦਰੂਨੀ ਸੱਚਾਈ ਵਿੱਚ ਵਸਦੀ ਹੈ।
ਜਦੋਂ ਪਾਲ ਸੱਚੇ ਦਿਲੋਂ ਹੋਵੇ ਤਾਂ ਸੱਚਾਈ ਸਾਹਮਣੇ ਆ ਹੀ ਜਾਂਦੀ ਹੈ। ਇਸੇ ਡੂੰਘੇ ਵਿਚਾਰ ਦੇ ਨਾਲ ਅਸੀਂ ਅੱਜ ਦੇ ਇਸ ਇਤਿਹਾਸਿਕ ਸਫ਼ਰ ਨੂੰ ਇੱਥੇ ਹੀ ਸੰਪੂਰਨ ਕਰਦੇ ਹਾਂ।